ਮਾਪੇ ਹੋਣ ਦੇ ਨਾਤੇ ਮੈਂ ਬੱਚਿਆਂ ਦੀਆਂ ਰਿਸਟ੍ਰੇਂਟ ਬਾਰੇ ਸਹੀ ਫੈਸਲਾ ਲੈਣ ਦੀ ਗੱਲ ਕਰਨ ਵੇਲੇ ਉਪਲਬਧ ਸਲਾਹ ਅਤੇ ਜਾਣਕਾਰੀ ਦੁਆਰਾ ਉਲਝਣ ਵਿੱਚ ਆ ਜਾਂਦੀ ਹਾਂ। ਇਸ ਲਈ ਤੁਹਾਡੇ ਬੱਚੇ ਨੂੰ ਸੁਰੱਖਿਅਤ ਢੰਗ ਨਾਲ ਲਿਜਾਣ ਬਾਰੇ ਪਤਾ ਲਗਾਉਣ ਅਤੇ ਸਮਝਣ ਲਈ ਬਹੁਤ ਕੁਝ ਹੈ ਅਤੇ ਇਸ ਬਾਰੇ ਗੱਲ ਕਰਨ ਵਾਲਾ ਸਭ ਤੋਂ ਵਧੀਆ ਵਿਅਕਤੀ ਰਾਇਲ ਚਿਲਡਰਨ ਹਸਪਤਾਲ ਵਿੱਚ ਪੀਡੀਆਟ੍ਰਿਕ ਟਰਾਮਾ ਦਾ ਡਾਇਰੈਕਟਰ ਐਸੋਸੀਏਟ ਪ੍ਰੋਫੈਸਰ ਵਾਰਿਕ ਟੇਗ ਹੈ। ਇਸ ਲਈ ਵਾਰਿਕ, ਬੱਚਿਆਂ ਦੇ ਰਿਸਟ੍ਰੇਂਟ ਅਤੇ ਸੁਰੱਖਿਆ ਅਭਿਆਸ ਲਈ ਗੱਲ ਅਸੀਂ ਕਿੱਥੋਂ ਸ਼ੁਰੂ ਕਰੀਏ? ਅਫਸੋਸ ਦੀ ਗੱਲ ਹੈ ਕਿ ਐਲਿਸ, ਆਸਟ੍ਰੇਲੀਅਨ ਬੱਚਿਆਂ ਲਈ ਸੜਕ ਦਾ ਸਦਮਾ ਅਜੇ ਵੀ ਪਹਿਲੇ ਨੰਬਰ ਤੇ ਕਾਤਲ ਹੈ। ਸੜਕਾਂ ਤੇ ਹਰ ਸਾਲ ਲਗਭਗ 3000 ਬੱਚੇ ਗੰਭੀਰ ਰੂਪ ਵਿੱਚ ਜ਼ਖਮੀ ਹੁੰਦੇ ਹਨ। ਇੱਥੇ ਆਸਟ੍ਰੇਲੀਆ ਵਿੱਚ ਕੀਤੀ ਗਈ ਖੋਜ ਨੇ ਦਰਸਾਇਆ ਹੈ ਕਿ ਜੇ ਤੁਸੀਂ ਬੱਚਿਆਂ ਨੂੰ ਸਹੀ ਫਿਟਿੰਗ ਚਾਈਲਡ ਰਿਸਟ੍ਰੇਂਟ ਵਿੱਚ ਪਾਉਂਦੇ ਹੋ ਤਾਂ ਉਹਨਾਂ ਦੀ ਉਮਰ ਲਈ ਸਹੀ ਹੈ, ਪਰ ਹੋਰ ਵੀ ਜ਼ਰੂਰੀ ਉਹਨਾਂ ਦਾ ਆਕਾਰ। ਤਾਂ ਬਹੁਤਾਂ ਸਾਰੀਆਂ ਮੌਤਾਂ ਅਤੇ ਸੱਟਾਂ ਨੂੰ ਰੋਕਿਆ ਜਾ ਸਕਦਾ ਹੈ। ਅਤੇ ਇਹ ਸਮਝਣਾ ਅਸਲ ਵਿੱਚ ਮਹੱਤਵਪੂਰਨ ਹੈ ਕਿਉਂਕਿ ਜਦੋਂ ਕਿ ਕਾਨੂੰਨ ਸਾਨੂੰ ਘੱਟੋ-ਘੱਟ ਲੋੜ, ਘੱਟੋ-ਘੱਟ ਉਮਰ ਦੱਸਦਾ ਹੈ, ਸਾਨੂੰ ਇਸ ਬਾਰੇ ਗੱਲ ਕਰਨ ਦੀ ਜ਼ਰੂਰਤ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਕਾਰਾਂ ਵਿੱਚ ਬਚਾਉਣ ਲਈ ਕੀ ਕਰ ਸਕਦੇ ਹਾਂ। ਇਸ ਲਈ ਇਹ ਉਮਰ ਬਾਰੇ ਘੱਟ ਅਤੇ ਆਕਾਰ ਤੇ ਉਚਾਈ ਬਾਰੇ ਜ਼ਿਆਦਾ ਹੈ। ਕੋਈ ਵੀ ਸਵੇਰੇ ਉੱਠ ਕੇ ਨਹੀਂ ਕਹਿੰਦਾ ਅੱਜ ਉਹ ਦਿਨ ਹੈ ਜਦੋਂ ਕਾਰ ਦੁਰਘਟਨਾ ਹੋਣ ਵਾਲੀ ਹੈ, ਪਰ ਜਦੋਂ ਇਹ ਵਾਪਰਦਾ ਹੈ ਉਹਨਾਂ ਫੈਸਲਿਆਂ ਨੂੰ ਲੈਣ ਵਿੱਚ ਦੇਰ ਹੋ ਜਾਂਦੀ ਹੈ। ਇਸ ਲਈ ਉਹਨਾਂ ਨੂੰ ਹਰ ਵਾਰੀ ਸਹੀ ਬੱਚੇ ਦੇ ਰਿਸਟ੍ਰੇਂਟ ਵਿੱਚ ਪਾਉਣਾ ਪੈਂਦਾ ਹੈ। ਸਰ, ਕ੍ਰੈਸ਼ ਵਿੱਚ ਅਸਲ ਵਿੱਚ ਕੀ ਹੁੰਦਾ ਹੈ? ਕ੍ਰੈਸ਼ ਹੋਣ ਤੇ ਕਾਰ ਦੀ ਹਰ ਚੀਜ਼ ਕਾਰ ਦੀ ਰਫ਼ਤਾਰ ਤੇ ਅੱਗੇ ਵਧਦੀ ਹੈ ਜਦੋਂ ਤੱਕ ਉਹ ਚੀਜ਼ ਕਿਸੇ ਨੂੰ ਟੱਕਰ ਨਾ ਦੇਵੇ। ਇਹ ਸੀਟ ਬੈਲਟ ਹੋ ਸਕਦੀ ਹੈ, ਵਾਹਨ ਦੇ ਦੁਆਲੇ ਉੱਡਦੀਆਂ ਚੀਜ਼ਾਂ ਹੋ ਸਕਦੀਆਂ ਹਨ। ਇਹ ਉਦੋਂ ਹੁੰਦਾ ਹੈ ਜਦੋਂ ਹਾਦਸਾ ਤੇ ਸੱਟਾਂ ਅਸਲ ਵਿੱਚ ਵਾਪਰਦੇ ਹਨ। ਸੀਟ ਬੈਲਟਾਂ ਅਤੇ ਹੋਰ ਰਿਸਟ੍ਰੇਂਟ ਯਾਤਰੀਆਂ ਨੂੰ ਕਾਰ ਵਿੱਚ ਸੁਰੱਖਿਅਤ ਕਰਦੇ ਹਨ ਤਾਂ ਜੋ ਉਹ ਵਾਹਨ ਦੇ ਬਰਾਬਰ ਦਰ ਤੇ ਹੌਲੀ ਹੋ ਜਾਣ ਅਤੇ ਇਹ ਕਿਸੇ ਝਟਕੇ ਦੇ ਪ੍ਰਭਾਵ ਨੂੰ ਘਟਾ ਦੇਵੇਗਾ। ਇਹ ਸੀਟ ਬੈਲਟ ਪਹਿਨੇ ਲੋਕਾਂ ਨੂੰ ਕਾਰ ਵਿੱਚੋਂ ਬਾਹਰ ਡਿੱਗਣ ਤੋਂ ਵੀ ਰੋਕਦਾ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਸੀਟ ਬੈਲਟ ਅਤੇ ਰਿਸਟ੍ਰੇਂਟ ਕ੍ਰੈਸ਼ ਨੂੰ ਨਹੀਂ ਰੋਕ ਸਕਦੇ, ਪਰ ਉਹ ਕ੍ਰੈਸ਼ ਹੋਣ ਤੇ ਜਾਨ ਅਤੇ ਸੱਟ ਲੱਗਣ ਤੋਂ ਬਚਾਉਂਦੇ ਹਨ। ਆਓ ਵਿਚਾਰ ਕਰੀਏ, ਕ੍ਰੈਸ਼ ਵਿੱਚ ਬੱਚੇ ਨੂੰ ਰਿਸਟ੍ਰੇਂਟ ਰੱਖਣ ਦੀ ਕੀ ਜ਼ਰੂਰਤ ਹੈ? ਇਹ ਬੱਚੇ ਨੂੰ ਕਾਰ ਵਿੱਚ ਸੁਰੱਖਿਅਤ ਰੱਖਣ ਲਈ ਜ਼ਰੂਰੀ ਹੈ। ਇਹ ਵੀ ਜ਼ਰੂਰੀ ਹੈ ਕਿ ਬੱਚੇ ਦੇ ਕਾਰ ਦੇ ਅੰਦਰ ਸੱਟ ਵੱਜਣ ਦੀ ਸੰਭਾਵਨਾ ਨੂੰ ਘੱਟ ਕੀਤਾ ਜਾਵੇ ਅਤੇ ਰਿਸਟ੍ਰੇਂਟ ਨੂੰ ਬੱਚੇ ਦੀ ਸਰੀਰ ਦੀ ਹਿਲਜੁਲ ਨੂੰ ਸੀਮਿਤ ਕਰਨਾ ਚਾਹੀਦਾ ਹੈ। ਬੱਚੇ ਦਾ ਸਭ ਤੋਂ ਵਧੀਆ ਰਿਸਟ੍ਰੇਂਟ ਬੱਚੇ ਦੇ ਸਰੀਰ ਦੇ ਸਭ ਤੋਂ ਮਜ਼ਬੂਤ ਹਿੱਸਿਆਂ ਤੇ ਕ੍ਰੈਸ਼ ਦੀਆਂ ਸ਼ਕਤੀਆਂ ਨੂੰ ਵੰਡਦਾ ਹੈ: ਮੋਢੇ, ਛਾਤੀ ਦੀ ਪਲੇਟ ਅਤੇ ਕੂਲੇ। ਇਹ ਸਰੀਰ ਦੀਆਂ ਮਜ਼ਬੂਤ ਹੱਡੀਆਂ ਹਨ। ਇਹ ਕਰਨ ਲਈ ਰਿਸਟ੍ਰੇਂਟ ਦੇ ਆਕਾਰ ਅਤੇ ਬਣਤਰ ਨੂੰ ਬੱਚੇ ਦੇ ਆਕਾਰ ਅਤੇ ਬਣਤਰ ਨਾਲ ਮੇਲ ਕਰਨ ਦੀ ਜ਼ਰੂਰਤ ਹੈ। ਮਹੱਤਵਪੂਰਨ ਗੱਲ ਤੁਹਾਡੇ ਬੱਚੇ ਲਈ ਸਹੀ ਰਿਸਟ੍ਰੇਂਟ ਲੱਭਣਾ ਹੈ ਅਤੇ ਹਰ ਵਾਰ ਇਸ ਦੀ ਵਰਤੋਂ ਸਹੀ ਤਰ੍ਹਾਂ ਕਰਨਾ। ਯਾਦ ਰੱਖੋ, ਇਹ ਉਮਰ ਬਾਰੇ ਘੱਟ ਅਤੇ ਆਕਾਰ ਤੇ ਉਚਾਈ ਬਾਰੇ ਜ਼ਿਆਦਾ ਹੈ। ਬੱਚਿਆਂ ਨੂੰ ਪਿੱਛੇ ਵੱਲ ਮੂੰਹ ਵਾਲੀ ਸੀਟ ਤੇ ਹੋਣ ਦੀ ਜ਼ਰੂਰਤ ਹੈ। ਬੱਚਿਆਂ ਦੇ ਸਿਰ ਵੱਡੇ ਅਤੇ ਗਰਦਨ ਕਮਜ਼ੋਰ ਹੁੰਦੀ ਹੈ ਅਤੇ ਇਸ ਨਾਲ ਉਹਨਾਂ ਨੂੰ ਗੰਭੀਰ ਸੱਟਾਂ ਲੱਗਣ ਦਾ ਖਤਰਾ ਵਧੇਰੇ ਹੁੰਦਾ ਹੈ। ਬੱਚਿਆਂ ਨੂੰ ਪਿੱਛੇ ਵੱਲ ਮੂੰਹ ਵਾਲੀ ਸੀਟ ਤੇ ਹੋਣਾ ਚਾਹੀਦਾ ਹੈ ਜਦੋਂ ਤੱਕ ਉਹ ਵੱਧ ਤੋਂ ਵੱਧ ਆਕਾਰ ਦੀ ਸੀਮਾ ਤੇ ਨਹੀਂ ਪਹੁੰਚ ਜਾਂਦੇ, ਕਿਉਂਕਿ ਇਹ ਸੀਟਾਂ ਬੱਚਿਆਂ ਦੇ ਸਿਰ ਅਤੇ ਗਰਦਨ ਦਾ ਸਭ ਤੋਂ ਵਧੀਆ ਸਮਰਥਨ ਕਰਦੀ ਹੈ ਜਿਸ ਦੀ ਬੱਚੇ ਨੂੰ ਜ਼ਰੂਰਤ ਹੁੰਦੀ ਹੈ। ਇਹ ਤੈਅ ਕਰੋ ਕਿ ਬੱਚਿਆਂ ਨੂੰ ਪਿਛਲੇ ਪਾਸੇ ਵੱਲ ਦਾ ਸਾਹਮਣਾ ਕਰਨਾ ਪਏ ਵੱਧ ਤੋਂ ਵੱਧ ਮਾਰਕਰ ਤੇ ਪਹੁੰਚਣ ਤੱਕ। ਰਿਸਟ੍ਰੇਂਟ ਤੋਂ ਵੱਡੇ ਹੋਣ ਤੇ ਬੱਚੇ ਅੱਗੇ ਆਉਣ ਵਾਲੇ ਰਿਸਟ੍ਰੇਂਟ ਵਿੱਚ ਸਫ਼ਰ ਕਰਨ। ਉਹ ਕਿਸਮ ਜੋ ਇੱਕ ਕਵਚ ਵਾਂਗ ਇੱਕ ਬੱਕਲ ਵਾਲੇ ਰਿਸਟ੍ਰੇਂਟ ਵਿੱਚ ਬਣਾਈ ਜਾਂਦੀ ਹੈ। ਇਸ ਕਿਸਮ ਦੀਆਂ ਸੀਟਾਂ ਬੱਚਿਆਂ ਲਈ ਸਹੀ ਹੁੰਦੀਆਂ ਹਨ ਜਦੋਂ ਤੱਕ ਉਹ ਘੱਟੋ-ਘੱਟ 4 ਸਾਲਾਂ ਦੇ ਨਾ ਹੋ ਜਾਣ। ਮੋਢੇ ਦੇ ਮਾਰਕਰਾਂ ਨੂੰ ਇੱਕ ਗਾਈਡ ਵਜੋਂ ਵਰਤੋ। ਅਗਲੇ ਰਿਸਟ੍ਰੇਂਟ ਵੱਲ ਜਲਦੀ ਨਾ ਜਾਓ। ਆਪਣੀ ਆਗਾਮੀ ਸੀਟ ਲਈ ਬਹੁਤ ਲੰਬੇ ਹੋਣ ਤੋਂ ਬਾਅਦ ਉਹ ਬੂਸਟਰ ਸੀਟ ਵਿੱਚ ਜਾ ਸਕਦੇ ਹਨ। ਬੂਸਟਰ ਸੀਟ ਬੱਚੇ ਨੂੰ ਉੱਪਰ ਚੁੱਕਦੇ ਹੋਏ ਸੁਨਿਸ਼ਚਿਤ ਕਰਦੀ ਹੈ ਕਿ ਬਾਲਗ ਸੀਟ ਬੈਲਟ ਸਰੀਰ ਦੇ ਸਭ ਤੋਂ ਮਜ਼ਬੂਤ ਹਿੱਸੇ ਨਾਲ ਇਕਸਾਰ ਹੋ ਜਾਏ। ਤਾਂ ਸੀਟ ਦੀ ਡੂੰਘਾਈ ਉਸ ਸਥਿਤੀ ਨੂੰ ਪ੍ਰਭਾਵਿਤ ਕਰਦੀ ਹੈ ਜਿਸ ਵਿੱਚ ਕੋਈ ਬੱਚਾ ਬੈਠਦਾ ਹੈ। ਹਾਂ, ਜੇ ਇੱਕ ਛੋਟਾ ਬੱਚਾ ਕਿਸੇ ਬਾਲਗ ਲਈ ਤਿਆਰ ਕੀਤੀ ਗਈ ਕਾਰ ਤੇ ਬੈਠਦਾ ਹੈ ਤਾਂ ਬੱਚਾ ਆਪਣੀਆਂ ਲੱਤਾਂ ਸੀਟ ਦੇ ਅਗਲੇ ਹਿੱਸੇ ਦੇ ਆਲੇ ਦੁਆਲੇ ਨਹੀਂ ਮੋੜ ਸਕਦਾ। ਇਸ ਦਾ ਮਤਲਬ ਹੈ ਕਿ ਉਹ ਝੁਲਸਣਗੇ ਅਤੇ ਇਸ ਲਈ ਲੈਪ ਬੈਲਟ ਮਾੜੀ ਸਥਿਤੀ ਵਿੱਚ ਪੇਟ ਦੇ ਬਿਲਕੁਲ ਪਾਸੇ ਹੋਵੇਗੀ ਅਤੇ ਸੈਸ਼ ਪੀਸ ਗਲੇ ਦੇ ਪਾਰ ਹੋਵੇਗੀ ਤੇ ਇਸ ਤਰ੍ਹਾਂ ਭਿਆਨਕ ਸੱਟਾਂ ਲੱਗਦੀਆਂ ਹਨ। ਸਾਨੂੰ ਸੀਟ ਬੈਲਟ ਨੂੰ ਮੋਢੇ, ਬ੍ਰੈਸਟ ਪਲੇਟ ਅਤੇ ਕਮਰ ਤੋਂ ਪਾਰ ਕਰਨ ਦੀ ਜ਼ਰੂਰਤ ਹੈ। ਇਸ ਲਈ ਮੇਰਾ ਮਿੱਤਰ ਇੱਥੇ ਇਹ ਸਮਝਣ ਵਿੱਚ ਸਾਡੀ ਮਦਦ ਕਰ ਰਿਹਾ ਹੈ ਕਿ ਸੀਟ ਬੈਲਟ ਕੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਸਾਨੂੰ ਇਸ ਵਿੱਚ ਸਰੀਰ ਦੀਆਂ ਮਜ਼ਬੂਤ ਹੱਡੀਆਂ ਦੀ ਜ਼ਰੂਰਤ ਹੈ। ਸਾਨੂੰ ਮੋਢੇ, ਛਾਤੀ ਅਤੇ ਕਮਰ ਦੀ ਹੱਡੀ ਦੀ ਲੋੜ ਹੈ। ਇਹ ਵਿਸ਼ਾਲ ਹਨ ਅਤੇ ਉਹੀ ਤਾਕਤ ਹੈ ਜੋ ਸਾਨੂੰ ਬੱਚੇ ਦੇ ਉਹਨਾਂ ਕੀਮਤੀ ਅੰਗਾਂ ਤੋਂ ਸ਼ਕਤੀ ਨੂੰ ਵੰਡਦੀ ਹੈ ਅਤੇ ਬੱਚਿਆਂ ਦੀ ਰੱਖਿਆ ਕਰਦੀ ਹੈ। ਜਦੋਂ ਕੋਈ ਕ੍ਰੈਸ਼ ਹੁੰਦਾ ਹੈ ਤਾਂ ਉਹ ਲੈਪ ਬੈਲਟ ਪੇਟ ਨੂੰ ਟਕਰਾਉਂਦਾ ਹੈ। ਕ੍ਰੈਸ਼ ਦੀ ਪੂਰੀ ਤਾਕਤ ਨੂੰ ਉਦੋਂ ਤੱਕ ਤਬਦੀਲ ਕਰ ਦਿੰਦਾ ਹੈ ਜਦੋਂ ਤੱਕ ਕਿ ਬੈਲਟ ਰੀੜ੍ਹ ਦੀ ਹੱਡੀ ਤੱਕ ਨਾ ਪਹੁੰਚ ਜਾਵੇ ਅਤੇ ਇੱਥੇ ਰੀੜ੍ਹ ਦੀ ਸੱਟ ਲੱਗ ਜਾਂਦੀ ਹੈ। ਇੱਕ ਮਾੜੀ ਸਥਿਤੀ ਵਿੱਚ ਸੈਸ਼, ਦਿਮਾਗ, ਰੀੜ੍ਹ ਦੀ ਹੱਡੀ, ਵਿੰਡ ਪਾਈਪ ਅਤੇ ਖੂਨ ਦੀਆਂ ਵੱਡੀਆਂ ਨਾੜੀਆਂ ਦੇ ਸੱਟ ਲੱਗਣ ਨਾਲ ਜਾਨ ਨੂੰ ਖਤਰੇ ਵਿੱਚ ਪਾਉਣ ਵਾਲੇ ਵਿਪਲੈਸ਼ ਦਾ ਕਾਰਨ ਬਣਦਾ ਹੈ। ਇਹ ਭਿਆਨਕ ਸੱਟਾਂ ਹਨ, ਸਾਰੇ ਕਿਉਂਕਿ ਸੀਟ ਬੈਲਟ ਬੱਚੇ ਲਈ ਸਹੀ ਆਕਾਰ ਦੀ ਨਹੀਂ ਸੀ। ਬੱਚਿਆਂ ਨੂੰ ਸਹੀ ਰਿਸਟ੍ਰੇਂਟ ਦੀ ਜ਼ਰੂਰਤ ਹੁੰਦੀ ਹੈ ਤਾਂ ਜੋ ਇਹ ਸੁਨਿਸ਼ਚਿਤ ਕੀਤਾ ਜਾ ਸਕੇ
ਕਿ ਉਹ ਬਿਨਾਂ ਝੁਕੇ ਬੈਠਣ ਅਤੇ ਸੀਟ ਬੈਲਟ ਸੁਰੱਖਿਅਤ ਸਥਿਤੀ ਵਿੱਚ ਹੋਵੇ। ਬੂਸਟਰ ਸੀਟ ਦੀ ਵਰਤੋਂ ਕਰਦੇ ਰਹਿਣਾ ਚਾਹੀਦਾ ਹੈ ਜਦੋਂ ਤੱਕ ਉਹ ਉਸ ਵਿੱਚ ਫਿੱਟ ਹੋਣ। ਆਪਣੇ ਬੱਚੇ ਦੀ ਉਚਾਈ ਨੂੰ ਇੱਕ ਗਾਈਡ ਵਜੋਂ ਵਰਤੋ, ਨਾ ਕਿ ਉਮਰ ਨੂੰ। ਇੱਕ ਬਾਲਗ ਲੈਪ ਸੈਸ਼ ਸੀਟ ਬੈਲਟ ਉਹਨਾਂ ਲੋਕਾਂ ਲਈ ਤਿਆਰ ਕੀਤੀ ਗਈ ਹੈ ਜਿਨ੍ਹਾਂ ਦੀ ਉਚਾਈ ਘੱਟੋ-ਘੱਟ 145 ਸੈਂਟੀਮੀਟਰ ਹੈ। ਹੁਣ ਜੋ ਤੁਸੀਂ ਸੋਚਦੇ ਹੋ ਇਸ ਤੋਂ ਬਹੁਤ ਲੰਬਾ ਹੈ। ਹਾਂ, ਬਹੁਤ ਸਾਰੇ ਲੋਕ ਵੇਖ ਕੇ ਹੈਰਾਨ ਹੁੰਦੇ ਹਨ ਕਿ ਇਹ ਕਿੰਨਾ ਉੱਚਾ ਹੈ। ਇਸ ਲਈ ਆਓ ਇੱਕ ਨਜ਼ਰ ਕਰੀਏ। ਇਹ 145 ਸੈਂਟੀਮੀਟਰ ਹੈ ਅਤੇ ਬਹੁਤ ਸਾਰੇ ਲੋਕ ਇਹ ਵੇਖ ਕੇ ਹੈਰਾਨ ਹਨ ਕਿ ਇਹ ਕਿੰਨਾ ਲੰਬਾ ਹੈ। ਪਰ ਇੱਥੇ ਬਹੁਤ ਸਾਰੇ ਬੱਚਿਆਂ ਨੂੰ ਸੀਟ ਬੈਲਟਾਂ ਵਿੱਚ ਪਾ ਦਿੱਤਾ ਜਾਂਦਾ ਹੈ ਜੋ ਉੱਚੇ ਨਹੀਂ ਹੁੰਦੇ ਅਤੇ ਸੁਰੱਖਿਅਤ ਨਹੀਂ ਹੈ। ਔਸਤਨ ਬੱਚਾ ਸਿਰਫ 10 ਅਤੇ 12 ਸਾਲ ਦੀ ਉਮਰ ਦੇ ਵਿਚਕਾਰ ਇਸ ਉਚਾਈ ਤੇ ਪਹੁੰਚ ਜਾਵੇਗਾ। ਇਹ ਜਾਂਚ ਕਰਨ ਦਾ ਇੱਕ ਹੋਰ ਢੰਗ ਹੈ ਕਿ ਤੁਹਾਡਾ ਬੱਚਾ ਬਾਲਗ ਸੀਟ ਤੇ ਬੈਠਣ ਲਈ ਤਿਆਰ ਹੈ। ਉਹ ਹੈ 5 ਕਦਮ ਦਾ ਟੈਸਟ। ਕੀ ਬੱਚਾ ਵਾਹਨ ਦੀ ਸੀਟ ਦੇ ਵਿਰੁੱਧ ਆਪਣੀ ਪਿੱਠ ਲਾ ਕੇ ਬੈਠ ਸਕਦਾ ਹੈ? ਕੀ ਬੱਚੇ ਦੇ ਗੋਡੇ ਸੀਟ ਦੇ ਕਿਨਾਰੇ ਤੇ ਮੁੜਦੇ ਹਨ? ਕੀ ਸੈਸ਼ ਬੈਲਟ ਮੋਢੇ ਦੇ ਵਿਚਕਾਰੋਂ ਲੰਘਦੀ ਹੈ, ਗਰਦਨ ਤੇ ਜਾਂ ਬਾਂਹ ਦੇ ਨੇੜੇ ਨਹੀਂ? ਕੀ ਲੈਪ ਬੈਲਟ ਕਮਰ ਦੇ ਹੇਠਾਂ ਬੈਠ ਕੇ ਪੱਟਾਂ ਨੂੰ ਛੂ ਰਹੀ ਹੈ? ਕਿ ਬੱਚਾ ਸਾਰੀ ਯਾਤਰਾ ਲਈ ਇਸ ਤਰ੍ਹਾਂ ਬੈਠਾ ਰਹਿ ਸਕਦਾ ਹੈ? ਭਾਵੇਂ ਤੁਸੀਂ ਮਾਂ, ਡੈਡੀ, ਆਂਟੀ, ਨਾਨਾ, ਨਾਨੀ ਜਾਂ ਦੇਖਭਾਲ ਕਰਤਾ ਹੋਵੋ, ਹਰ ਬੱਚੇ ਲਈ ਹਰੇਕ ਸੀਟ ਤੋਂ ਜਾਣੂ ਹੋਣਾ ਤੁਹਾਡੀ ਜ਼ਿੰਮੇਵਾਰੀ ਹੈ। ਅਤੇ ਇਹ ਜਾਣਨ ਲਈ ਕਿ ਵਾਹਨ ਵਿੱਚ ਸੁਰੱਖਿਆ ਉਪਕਰਣ ਕਿਸ ਤਰ੍ਹਾਂ ਫਿੱਟ ਕੀਤਾ ਜਾਂਦਾ ਹੈ ਅਤੇ ਕਿਵੇਂ ਬੱਚੇ ਨੂੰ ਹਰ ਯਾਤਰਾ ਲਈ ਵਾਹਨ ਦੇ ਅੰਦਰ ਸਹੀ ਢੰਗ ਨਾਲ ਸੁਰੱਖਿਅਤ ਕੀਤਾ ਜਾਂਦਾ ਹੈ। ਬੱਚੇ ਲਈ ਨਵਾਂ ਰਿਸਟ੍ਰੇਂਟ ਖਰੀਦਦੇ ਵੇਲੇ ਉਹ ਕਿਸਮ ਖਰੀਦੋ ਜੋ ਉਸ ਦੀ ਜ਼ਰੂਰਤ ਅਨੁਸਾਰ ਹੋਵੇ, ਭਾਵੇਂ ਇਹ ਕੈਪਸੂਲ ਹੋਵੇ ਜਾਂ ਪਰਿਵਰਤਨਸ਼ੀਲ ਰਿਸਟ੍ਰੇਂਟ ਜੋ ਪਿੱਛੇ ਤੋਂ ਅੱਗੇ ਵੱਲ ਜਾ ਸਕਦਾ ਹੈ। ਹੁਣ ਅਜਿਹੇ ਰਿਸਟ੍ਰੇਂਟ ਹਨ ਜੋ ਤੁਹਾਨੂੰ 30 ਮਹੀਨਿਆਂ ਤੱਕ ਆਪਣੇ ਬੱਚੇ ਨੂੰ ਪਿੱਛੇ ਵੱਲ ਜਾਣ ਦੀ ਆਗਿਆ ਦਿੰਦੇ ਹਨ। ਤੁਸੀਂ ਇਨਬਿਲਟ ਹਾਰਨੈਸ ਵਾਲੇ ਰਿਸਟ੍ਰੇਂਟ ਨੂੰ ਖਰੀਦ ਸਕਦੇ ਹੋ ਜੋ ਅੱਗੇ ਜਾਂਦਾ ਹੈ। ਇਸ ਤਰ੍ਹਾਂ ਦੇ ਰਿਸਟ੍ਰੇਂਟ ਹਨ ਜੋ ਜਾਂ ਤਾਂ ਲਗਭਗ 4 ਸਾਲ ਦੀ ਉਮਰ ਦੇ ਬੱਚਿਆਂ ਲਈ ਤਿਆਰ ਕੀਤੇ ਗਏ ਹਨ ਅਤੇ ਦੂਜੇ ਜੋ ਲਗਭਗ 8 ਸਾਲ ਦੀ ਉਮਰ ਦੇ ਬੱਚਿਆਂ ਨੂੰ ਫਿੱਟ ਕਰਦੇ ਹਨ। ਜਾਂ ਤੁਸੀਂ ਬੂਸਟਰ ਸੀਟ ਖਰੀਦ ਸਕਦੇ ਹੋ। ਹੁਣ ਇੱਥੇ ਬੂਸਟਰ ਸੀਟਾਂ ਹਨ ਜੋ ਇੱਕ ਬੱਚੇ ਲਈ ਫਿੱਟ ਬੈਠਣਗੀਆਂ ਜੋ ਲਗਭਗ 10 ਜਾਂ ਭਾਵੇਂ 12 ਸਾਲ ਦਾ ਹੈ। ਤੁਹਾਨੂੰ ਕਾਰ ਵਿੱਚ ਕਈ ਤਰ੍ਹਾਂ ਦੇ ਰਿਸਟ੍ਰੇਂਟ ਲਗਾਉਣ ਦੀ ਜ਼ਰੂਰਤ ਹੋ ਸਕਦੀ ਹੈ। ਰਿਟੇਲਰ ਨੂੰ ਪੁੱਛ ਕੇ ਕਾਰ ਦੇ ਵਿੱਚ ਸੀਟਾਂ ਲਗਾ ਕੇ ਦੇਖੋ ਕਿ ਉਹ ਫਿੱਟ ਹਨ ਕਿ ਨਹੀਂ। ਜਦੋਂ ਤੁਸੀਂ ਘਰ ਵਿੱਚ ਰਿਸਟ੍ਰੇਂਟ ਨੂੰ ਪ੍ਰਾਪਤ ਕਰੋ ਤਾਂ ਇਸ ਨੂੰ ਪੈਕਿੰਗ ਤੋਂ ਬਾਹਰ ਕੱਢੋ। ਇਸ ਨਾਲ ਜਾਣੂ ਹੋਵੋ। ਸ਼ੁਰੂਆਤ ਤੋਂ ਅੰਤ ਤੱਕ ਨਿਰਦੇਸ਼ਾਂ ਨੂੰ ਪੜ੍ਹੋ। ਕੁਝ ਨਿਰਮਾਤਾ ਤੁਹਾਨੂੰ ਰਿਸਟ੍ਰੇਂਟ ਦੇ ਅਨੁਕੂਲ ਬਣਾਉਣ ਵਿੱਚ ਤੁਹਾਡੀ ਸਹਾਇਤਾ ਲਈ ਵੀਡੀਓ ਵੀ ਤਿਆਰ ਕਰਦੇ ਹਨ। ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਆਪਣੇ ਆਪ ਰਿਸਟ੍ਰੇਂਟ ਨੂੰ ਫਿੱਟ ਕਰਨ ਦੀ ਕੋਸ਼ਿਸ਼ ਕਰੋ। ਜੇ ਤੁਹਾਨੂੰ ਯਕੀਨ ਨਹੀਂ ਹੈ ਕਿ ਤੁਸੀਂ ਰਿਸਟ੍ਰੇਂਟ ਨੂੰ ਸਹੀ ਢੰਗ ਨਾਲ ਫਿੱਟ ਕਰ ਦਿੱਤਾ ਹੈ ਤਾਂ ਇੱਕ ਰਿਸਟ੍ਰੇਂਟ ਫਿਟਰ ਨੂੰ ਬੁਲਾਓ। ਰਿਸਟ੍ਰੇਂਟ ਨਾਲ ਜਾਣੂ ਹੋਣ ਨਾਲ ਜੇ ਤੁਹਾਨੂੰ ਇਹ ਪਤਾ ਲੱਗਦਾ ਹੈ ਕਿ ਤੁਹਾਨੂੰ ਫਿਟਰ ਕੋਲ ਜਾਣ ਦੀ ਜ਼ਰੂਰਤ ਹੈ ਤਾਂ ਤੁਸੀਂ ਇਹ ਸਮਝਣ ਲਈ ਤਿਆਰ ਹੋਵੋਗੇ ਕਿ ਤੁਸੀਂ ਕਿੱਥੇ ਗਲਤ ਹੋ ਗਏ ਸੀ। ਇਹ ਜਾਣਨਾ ਤੁਹਾਡੀ ਜ਼ਿੰਮੇਵਾਰੀ ਹੈ ਕਿ ਰਿਸਟ੍ਰੇਂਟ ਨੂੰ ਕਿਵੇਂ ਫਿੱਟ ਰੱਖਣਾ ਹੈ, ਕਿਉਂਕਿ ਤੁਹਾਨੂੰ ਕਦੀ ਵੀ ਇਸ ਨੂੰ ਹਿਲਾਉਣ ਦੀ ਜ਼ਰੂਰਤ ਪੈ ਸਕਦੀ ਹੈ। ਹੋ ਸਕਦਾ ਹੈ ਟਕਣਾ ਨੂੰ ਸਫਾਈ ਦੀ ਜ਼ਰੂਰਤ ਹੋਵੇ, ਹੋ ਸਕਦਾ ਹੈ ਪੱਟੀਆਂ ਮੁੜੀਆਂ ਹੋਣ ਜਾਂ ਤਣੀਆਂ ਨੂੰ ਅਨੁਕੂਲ ਜਾਂ ਸਿੱਧਾ ਕਰਨ ਦੀ ਲੋੜ ਹੋਵੇ। ਇੱਕ ਮੁੜੀ ਹੋਈ ਪੱਟੀ ਹੋਣ ਦਾ ਮਤਲਬ ਹੈ ਕਿ ਹਾਰਨੈਸ ਸਹੀ ਤਰੀਕੇ ਨਾਲ ਕੰਮ ਨਹੀਂ ਕਰਦਾ ਅਤੇ ਬੱਚੇ ਦੀ ਰੱਖਿਆ ਨਹੀਂ ਕਰਦਾ। ਹੋਰ ਚੀਜ਼ਾਂ ਜਾਂ ਅਨੁਕੂਲ ਬਣਾਉਣ ਲਈ ਜਿਵੇਂ ਆਰਾਮ ਕਰਨ ਦੇ ਸਰਹਾਣੇ, ਰਿਬਨ ਅਤੇ ਕਲਿੱਪਸ ਪ੍ਰਭਾਵਿਤ ਕਰ ਸਕਦੀਆਂ ਹਨ ਕਿ ਕ੍ਰੈਸ਼ ਹੋਣ ਦੇ ਦੌਰਾਨ ਸੁਰੱਖਿਆ ਸੀਟ ਕਿਵੇਂ ਕੰਮ ਕਰਦੀ ਹੈ। ਆਮ ਇੰਸਟਾਲੇਸ਼ਨ ਦੀ ਸਮੱਸਿਆ ਉਦੋਂ ਹੁੰਦੀ ਹੈ ਜਦੋਂ ਸੀਟ ਬੈਲਟ ਜਾਂ ਟੌਪ ਟੀਥਰ ਦਾ ਪੱਟਾ ਬਹੁਤ ਢਿੱਲਾ ਹੁੰਦਾ ਹੈ ਜਾਂ ਸਹੀ ਢੰਗ ਨਾਲ ਨਹੀਂ ਲੱਗਾ ਹੁੰਦਾ। ਕਈ ਵਾਰ ਰਿਸਟ੍ਰੇਂਟ ਦੁਆਰਾ ਸੀਟ ਬੈਲਟ ਨੂੰ ਸਹੀ ਤਰ੍ਹਾਂ ਨਾਲ ਥ੍ਰੈਡ ਨਹੀਂ ਕੀਤਾ ਜਾਂਦਾ ਜਾਂ ਸੀਟ ਬੈਲਟ ਨੂੰ ਸਹੀ ਢੰਗ ਨਾਲ ਜੋੜਿਆ ਨਹੀਂ ਹੁੰਦਾ। ਮਹੱਤਵਪੂਰਨ ਹੈ ਕਿ ਬੱਚੇ ਸਹੀ ਤਰ੍ਹਾਂ ਨਾਲ ਅੰਦਰੂਨੀ ਹਾਰਨੈਸ ਜਾਂ ਸੀਟ ਬੈਲਟ ਦੀ ਵਰਤੋਂ ਕਰਨ। ਜੇ ਤਣੀਆਂ ਤੰਗ ਨਹੀਂ ਹੁੰਦੀਆਂ ਤਾਂ ਉਹ ਪ੍ਰਭਾਵਸ਼ਾਲੀ ਨਹੀਂ ਹੁੰਦੀਆਂ। ਹਮੇਸ਼ਾ ਇਹ ਸੁਨਿਸ਼ਚਿਤ ਕਰੋ ਕਿ ਪੱਟੀਆਂ ਚੰਗੀ ਤਰ੍ਹਾਂ ਫਿੱਟ ਹਨ। ਇੱਕ ਬੱਚੇ ਨੂੰ ਸੀਟ ਬੈਲਟ ਨੂੰ ਉਹਨਾਂ ਦੀ ਪਿੱਠ ਦੇ ਪਿੱਛੇ ਰੱਖਣ ਜਾਂ ਉਹਨਾਂ ਦੀਆਂ ਬਾਹਾਂ ਬਾਹਰ ਕੱਢਣ ਲਈ ਪਰਤਾਇਆ ਜਾ ਸਕਦਾ ਹੈ। ਏਦਾਂ ਨਾ ਕਰਨ ਤੇ ਰਿਸਟ੍ਰੇਂਟ ਸਹੀ ਤਰੀਕੇ ਨਾਲ ਕੰਮ ਨਹੀਂ ਕਰਦਾ ਅਤੇ ਉਹ ਕ੍ਰੈਸ਼ ਵਿੱਚ ਗੰਭੀਰ ਰੂਪ ਵਿੱਚ ਜ਼ਖਮੀ ਹੋ ਸਕਦੇ ਹਨ। ਦੁਬਾਰਾ ਵੇਖੋ, ਬੱਚਿਆਂ ਨੂੰ ਪਿਛਲੇ ਵੱਲ ਆਉਣ ਵਾਲੇ ਬੱਚਿਆਂ ਦੇ ਰਿਸਟ੍ਰੇਂਟ ਵਿੱਚ ਯਾਤਰਾ ਕਰਨੀ ਚਾਹੀਦੀ ਹੈ। ਉਹ ਉਦੋਂ ਤੱਕ ਪਿੱਛੇ ਵੱਲ ਹੋਣੇ ਚਾਹੀਦੇ ਹਨ ਜਦੋਂ ਤੱਕ ਉਹ ਆਪਣੇ ਰਿਸਟ੍ਰੇਂਟ ਵਿੱਚ ਇਸ ਸਥਿਤੀ ਵਿੱਚ ਫਿੱਟ ਨਹੀਂ ਹੋ ਜਾਂਦੇ। ਕੁਝ ਰਿਸਟ੍ਰੇਂਟ ਵਿੱਚ ਇਹ 30 ਮਹੀਨਿਆਂ ਤੱਕ ਹੋ ਸਕਦਾ ਹੈ। ਘੱਟੋ ਘੱਟ 4 ਸਾਲ ਦੇ ਬੱਚਿਆਂ ਨੂੰ ਅੰਦਰੂਨੀ ਹਾਰਨੈਸ ਅਤੇ ਬੱਕਲ ਵਾਲੇ ਰਿਸਟ੍ਰੇਂਟ ਵਿੱਚ ਯਾਤਰਾ ਕਰਨੀ ਚਾਹੀਦੀ ਹੈ। ਹੁਣ ਅਜਿਹੇ ਰਿਸਟ੍ਰੇਂਟ ਹਨ ਜੋ ਤੁਹਾਡੇ ਬੱਚੇ ਨੂੰ 8 ਸਾਲ ਦੀ ਉਮਰ ਤੱਕ ਅੰਦਰੂਨੀ ਹਾਰਨੈਸ ਨਾਲ ਸੀਟ ਤੇ ਬੈਠਣ ਦਿੰਦੇ ਹਨ। 4 ਸਾਲ ਤੋਂ ਘੱਟੋ ਘੱਟ 7 ਸਾਲ ਦੀ ਉਮਰ ਦੇ ਬੱਚੇ ਬੂਸਟਰ ਸੀਟ ਦੀ ਯਾਤਰਾ ਕਰ ਸਕਦੇ ਹਨ। ਹਾਲਾਂਕਿ ਇਹ ਸਿਫਾਰਿਸ਼ ਕੀਤੀ ਜਾਂਦੀ ਹੈ ਕਿ ਉਹ ਰਿਸਟ੍ਰੇਂਟ ਵਿੱਚ ਰਹਿਣ ਬਾਲਗ ਸੀਟ ਵਿੱਚ ਫਿੱਟ ਹੋਣ ਤੱਕ। ਇਹ ਆਮ ਤੌਰ ਤੇ ਲਗਭਗ 145 ਸੈਂਟੀਮੀਟਰ ਹੁੰਦਾ ਹੈ। ਜਾਂ ਤੁਸੀਂ 5 ਸਟੈਪ ਟੈਸਟ ਦੀ ਵਰਤੋਂ ਇਹ ਵੇਖਣ ਲਈ ਕਰ ਸਕਦੇ ਹੋ ਕਿ ਤੁਹਾਡਾ ਬੱਚਾ ਬਾਲਗ ਸੀਟ ਬੈਲਟ ਵਰਤਣ ਲਈ ਤਿਆਰ ਹੈ ਜਾਂ ਨਹੀਂ। ਯਾਦ ਰੱਖੋ, ਆਪਣੇ ਬੱਚੇ ਨੂੰ ਜਲਦੀ ਹੀ ਅਗਲੀ ਸੀਟ ਤੇ ਨਾ ਲੈ ਜਾਓ। ਆਪਣੇ ਬੱਚੇ ਦੀ ਉਮਰ ਤੋਂ ਇਲਾਵਾ ਆਕਾਰ ਅਤੇ ਕੱਟ ਦੀ ਵੀ ਵਿਚਾਰ ਕਰੋ। ਹਰ ਬੱਚਾ ਇੱਕ ਵਾਹਨ ਵਿੱਚ ਸੁਰੱਖਿਅਤ ਢੰਗ ਨਾਲ ਲਿਜਾਣ ਦਾ ਹੱਕਦਾਰ ਹੈ।
ਜੇ ਤੁਹਾਡੇ ਬੱਚੇ ਦੀਆਂ ਅਤਿਰਿਕਤ ਜ਼ਰੂਰਤਾਂ ਹਨ ਤਾਂ ਇਸ ਵੈਬਸਾਈਟ ਤੇ ਮਾਪਿਆਂ ਅਤੇ ਡਾਕਟਰੀ ਪੇਸ਼ੇਵਰਾਂ ਲਈ ਸਲਾਹ ਉਪਲਬਧ ਹੈ। ਜੇ ਤੁਸੀਂ ਸਹੀ ਢੰਗ ਨਾਲ ਚਾਈਲਡ ਰਿਸਟ੍ਰੇਂਟ ਦੀ ਵਰਤੋਂ ਨਹੀਂ ਕਰਦੇ ਜਾਂ ਇਸ ਦੀ ਗਲਤ ਢੰਗ ਨਾਲ ਵਰਤੋਂ ਕਰਦੇ ਹੋ ਤਾਂ ਇਹ ਬੱਚੇ ਨੂੰ ਕ੍ਰੈਸ਼ ਵਿੱਚ ਢੁਕਵੀਂ ਰਾਖੀ ਨਹੀਂ ਦੇਵੇਗਾ। ਕੋਈ ਵੀ ਪਰਿਵਾਰ ਆਪਣੀ ਕਾਰ ਯਾਤਰਾ ਦੀ ਸ਼ੁਰੂਆਤ ਕਾਰ ਦੇ ਕ੍ਰੈਸ਼ ਹੋਣ ਦੀ ਉਮੀਦ ਨਾਲ ਨਹੀਂ ਕਰਦਾ, ਪਰ ਹਰ ਪਰਿਵਾਰ ਨੂੰ ਇਹ ਜਾਣਦੇ ਹੋਏ ਕਾਰ ਵਿੱਚ ਚੜ੍ਹਨਾ ਪੈਂਦਾ ਹੈ ਕਿ ਜੇ ਉਸ ਮੌਕੇ ਤੇ ਕਾਰ ਦਾ ਕ੍ਰੈਸ਼ ਹੋਇਆ ਤਾਂ ਉਹਨਾਂ ਦਾ ਬੱਚਾ ਸਹੀ ਸਥਿਤੀ ਵਿੱਚ, ਸਹੀ ਰਿਸਟ੍ਰੇਂਟ ਵਿੱਚ ਹੋਵੇਗਾ ਅਤੇ ਇਹ ਬੱਚਿਆਂ ਨੂੰ ਸੁਰੱਖਿਅਤ ਰੱਖੇਗਾ। ਮਾਪੇ ਅਤੇ ਦੇਖਭਾਲ ਕਰਨ ਵਾਲੇ ਹੋਣ ਦੇ ਨਾਤੇ ਅਸੀਂ ਸਾਰੇ ਆਪਣੇ ਬੱਚਿਆਂ ਲਈ ਸਭ ਤੋਂ ਵਧੀਆ ਚਾਹੁੰਦੇ ਹਾਂ। ਇਸ ਲਈ ਹਰ ਯਾਤਰਾ ਤੇ ਉਹਨਾਂ ਦੀ ਸੁਰੱਖਿਆ ਲਈ ਵੱਧ ਤੋਂ ਵੱਧ ਸੁਰੱਖਿਆ ਸਾਵਧਾਨੀਆਂ ਦੇ ਬਾਰੇ ਵਿਚਾਰ ਕਰੀਏ।